बहुत ही प्यारे बच्चों, ਅੱਜ ਆਪਾਂ ਤੁਹਾਡੀ ਲਾਜ਼ਮੀ ਪੰਜਾਬੀ ਦੀ ਜੋ ਪੁਸਤਕ ਹੈ ਬੱਚਿਓ 12ਵੀਂ ਜਮਾਤ ਦੀ ਉਸ ਦੇ ਵਿੱਚ ਕਵਿਤਾ ਭਾਗ ਦੇ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਉਸ ਦੀ ਵਿਆਖਿਆ ਕਰਾਂਗੇ ਤੇ ਪ੍ਰਸ਼ਨ ਉੱਤਰ ਤੇ ਕੇਂਦਰੀ ਭਾਵ। ਠੀਕ ਹੈ, ਪਰ ਉਸ ਤੋਂ ਪਹਿਲਾਂ ਬੱਚਿਓ ਮੈਂ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਬਾਰੇ ਤੁਹਾਨੂੰ ਕੁਝ ਗੱਲਾਂ ਜ਼ਰੂਰ ਦੱਸਾਂਗੀ ਕਿਉਂਕਿ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਉਣਗੀਆਂ ਤੇ ਪੇਪਰ ਦੇ ਵਿੱਚ ਵੀ ਆ ਜਾਂਦੀਆਂ ਹੁੰਦੀਆਂ ਨੇ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਪੰਜਾਬੀ ਸਾਹਿਤ ਵਿੱਚ ਛੰਦ ਮੁਕਤ ਕਵਿਤਾ ਲਿਖਣ ਦੀ ਪਹਿਲ ਕੀਤੀ। ਆਪ ਦਾ ਜਨਮ ਪਿੰਡ ਸਲਹੱਡ ਜ਼ਿਲ੍ਹਾ ਐਬਟਾਬਾਦ ਵਿੱਚ ਸਰਦਾਰ ਕਰਤਾਰ ਸਿੰਘ ਦੇ ਘਰ ਹੋਇਆ। ਆਪ ਨੇ ਟੋਕੀਓ ਯੂਨੀਵਰਸਿਟੀ ਜਾਪਾਨ ਤੋਂ ਵਿਗਿਆਨ ਅਤੇ ਦਰਸ਼ਨ ਵਿੱਚ ਉੱਚ ਵਿੱਦਿਆ ਪ੍ਰਾਪਤ ਕੀਤੀ। ਜਾਪਾਨ ਵਿੱਚ ਆਪ ਨੂੰ ਉੱਥੋਂ ਦੇ ਵਾਤਾਵਰਣ ਤੇ ਬੋਧੀ ਸੱਭਿਅਤਾ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਆਪ ਬੋਧੀ ਬਣ ਗਏ। ਫਿਰ ਸਵਾਮੀ ਰਾਮ ਤੀਰਥ ਦੇ ਪ੍ਰਭਾਵ ਅਧੀਨ ਆਪ ਵਿਦਾਂਤੀ ਬਣੇ, ਪਰ ਅਖੀਰ ਵਿੱਚ ਭਾਈ ਵੀਰ ਸਿੰਘ ਦੇ ਮਿਲਾਪ ਅਤੇ ਗੁਰਮਤ ਦੀ ਪ੍ਰੇਰਨਾ ਸਦਕਾ ਆਪ ਨੇ ਫਿਰ ਤੋਂ ਸਿੱਖੀ ਧਰਮ ਨੂੰ ਜੋ ਅਪਣਾ ਲਿਆ। ਇਸ ਕਰਕੇ ਹੀ ਆਪ ਦੀ ਰਚਨਾ ਵਿੱਚ ਗੁਰਮਤ ਦੇ ਨਾਲ ਬੁੱਧ ਮਤ ਅਤੇ ਵੇਦਾਂਤ ਦਾ ਵੀ ਪ੍ਰਭਾਵ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਪੂਰਬੀ ਅਤੇ ਪੱਛਮੀ ਸਾਹਿਤ ਦਾ ਅਧਿਐਨ ਕੀਤਾ ਅਤੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਵਿੱਚ ਵੀ ਪੁਸਤਕਾਂ ਲਿਖੀਆਂ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਰਚਨਾ ਦਾ ਮੂਲ ਭਾਵੇਂ ਅਧਿਆਤਮਕ ਸੀ, ਪਰ ਇਹ ਅਧਿਆਤਮਕਵਾਦ ਬੜਾ ਵਿਸ਼ਾਲ ਤੇ ਡੂੰਘੇਰਾ ਹੈ। ਖੁੱਲ੍ਹੇ ਡੁੱਲੇ ਸੁਭਾਅ ਅਤੇ ਸੁਤੰਤਰ ਸ਼ਖਸੀਅਤ ਦੇ ਮਾਲਕ ਹੋਣ ਕਰਕੇ ਪ੍ਰੋਫੈਸਰ ਪੂਰਨ ਸਿੰਘ ਨੇ ਤੋਲ ਤੁਕਾਂਤ ਅਤੇ ਛੰਦ ਦੀ ਬੰਦਸ਼ ਨੂੰ ਵੀ ਠੁਕਰਾ ਦਿੱਤਾ ਅਤੇ ਸੈਲਾਨੀ ਛੰਦ ਵਿੱਚ ਕਵਿਤਾ ਰਚੀ। ਮਤਲਬ ਖੁੱਲ੍ਹੀ ਡੁੱਲੀ ਲਿਖੀ, ਇਹ ਨਹੀਂ ਜਿਵੇਂ ਹੀਰ ਪੀਰ ਨੇ ਲਿਖਦੇ ਆ ਨਾ ਆਪਾਂ ਕਵਿਤਾ ਦੇ ਪਿੱਛੇ ਤੁਕਾਂਤ ਲਿਖਦੇ ਹਾਂ ਬੱਚਿਓ, ਉਹ ਨਹੀਂ ਸੀ, ਖੁੱਲ੍ਹਾ ਲਿਖਿਆ ਵੀ ਜੋ ਦਿਲ 'ਚ ਆਉਂਦਾ ਉਹੀ। ਆਪ ਦੀ ਕਵਿਤਾ ਵਿੱਚ ਲੈਅ ਅਤੇ ਵਲਵਲੇ ਦਾ ਵੇਗ ਸੀ। ਆਪ ਨੇ ਪੰਜਾਬ ਦੀ ਧਰਤੀ ਅਤੇ ਪੰਜਾਬੀ ਸੱਭਿਆਚਾਰ ਦਾ ਬੜਾ ਸੁਚੱਜਾ ਅਤੇ ਭਰਪੂਰ ਚਿੱਤਰ ਪੇਸ਼ ਕੀਤਾ ਹੈ। ਆਪ ਨੇ ਪੰਜਾਬ ਦੇ ਕਣ-ਕਣ ਵਿੱਚ ਡੂੰਘੀ ਸਾਂਝ ਅਤੇ ਅਟੁੱਟ ਪਿਆਰ ਦਰਸਾਇਆ ਹੈ। ਬੀਤ ਚੁੱਕੇ ਸਮੇਂ ਵਿੱਚ ਉਹਨਾਂ ਨੂੰ ਸੁਨਹਿਰੀ ਸਮਾਂ ਦਿਖਾਈ ਦਿੰਦਾ ਹੈ ਅਤੇ ਨਵੀਂ ਸੱਭਿਅਤਾ ਦੀ ਰੌਸ਼ਨੀ ਚੰਗੀ ਨਹੀਂ ਲੱਗਦੀ। ਇਸ ਕਰਕੇ ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਦਿੰਦੇ ਹਨ। ਤੇ ਚਲੋ ਫਿਰ ਆਪਾਂ ਪੜ੍ਹੀਏ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਅਸਲ ਦੇ ਵਿੱਚ ਸਿਰਲੇਖ ਤੋਂ ਹੀ ਦੇਖ ਲਿਆ ਕਰੋ ਬੱਚਿਓ ਕੀ ਹੈ ਇਹਦੇ ਵਿੱਚ, ਵੀ ਉਹਨਾਂ ਨੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰੀਆਂ ਨੇ ਵੀ ਕਾਸ਼ ਉਹ ਜਿਹੜਾ ਪੁਰਾਣਾ ਸਮਾਂ ਹੈ, ਪੁਰਾਣਾ ਪੰਜਾਬ ਹੈ, ਉਹ ਮੁੜ ਕੇ ਵਾਪਸ ਸਾਡੇ ਕੋਲ ਆ ਜਾਵੇ। ਠੀਕ ਹੈ ਨਾ, ਤਾਂ ਉਹ ਕਹਿੰਦੇ ਨੇ ਵੀ ਪੁਰਾਣੇ ਪੰਜਾਬ ਦੇ ਲੋਕ ਸਨ, ਪ੍ਰੇਮ ਪਿਆਰ ਦੇ ਨਾਲ ਰਹਿੰਦੇ ਸਨ, ਰਹਿਣ ਸਹਿਣ ਬਹੁਤ ਵਧੀਆ ਸੀ, ਰੁਚੀਆਂ ਅਤੇ ਸੱਭਿਆਚਾਰ ਨੂੰ ਆਵਾਜ਼ਾਂ ਮਾਰਦੇ ਸਨ ਉਹ, ਅਤੇ ਪੰਜਾਬ ਦੇ ਵਰਤਮਾਨ ਦੇ ਲੋਕਾਂ ਅਤੇ ਰਹਿਣੀ ਬਹਿਣੀ ਤੋਂ ਅਸੰਤੁਸ਼ਟਤਾ ਦਾ ਜੋ ਪ੍ਰਗਟਾਵਾ ਉਹ ਕਰਦੇ ਸਨ। ਉਹ ਪੁਰਾਣਾ ਅਦਬ ਤੇ ਹਿਰਸਨਾ, ਉਹ ਪ੍ਰੀਤ ਦੀਆਂ ਪੀੜ੍ਹੀਆਂ ਗੰਢਾਂ, ਉਹ ਕੁੜੀਆਂ ਦੇ ਚਾਅ ਤ੍ਰਿੰਜਣਾ ਦੇ ਗਾਵਣ ਕਿੱਥੇ, ਉਹ ਸ਼ਰੀਕਾਂ ਦੀ ਆਬ ਵਾਲੀ ਗੱਲ ਸਾਰੀ ਆਈ ਗਈ, ਉਹ ਖਾਤਰਾਂ ਤੇ ਸੇਵਾਵਾਂ, ਕੁਰਬਾਨੀਆਂ ਤੇ ਜਰਨੇ, ਜਿਕਰੇ ਹੌਸਲੇ ਕਿੱਥੇ ਗਏ। ਤੇ ਅੱਗੇ ਉਹ ਕਹਿੰਦੇ ਨੇ ਉਹ ਰੋਟੀਆਂ ਤੇ ਮਹਿਫਲਾਂ, ਉਹ ਡੂੰਘੀ ਸ਼ਰਮਾ ਸ਼ਰਾਫਤ ਉਹ ਕਿੱਥੇ ਗਈ। ਅਦਬ ਕੀ ਹੁੰਦਾ ਬੱਚੋ? ਸਤਿਕਾਰ। ਹਿਰਸ ਦਾ ਮਤਲਬ ਕੀ ਹੁੰਦਾ? ਖਾਸ਼। ਪੀੜ੍ਹੀਆਂ ਪੱਕੀਆਂ। ਤ੍ਰਿੰਜਣ ਜਦੋਂ ਕੁੜੀਆਂ ਚਰਖੇ ਕੱਤਦੀਆਂ ਨੇ। ਠੀਕ ਹੈ, ਆਪ ਕੀ ਹੁੰਦੀ ਹੈ? ਆਪ ਦਾ ਮਤਲਬ ਇੱਜ਼ਤ ਸਤਿਕਾਰ। ਕਵੀ ਕਹਿੰਦਾ ਹੈ ਕਿ ਵਰਤਮਾਨ ਪੰਜਾਬੀ ਜੀਵਨ ਵਿੱਚ ਪੁਰਾਤਨ ਪੰਜਾਬੀਆਂ ਵਾਲਾ ਇੱਕ ਦੂਜੇ ਲਈ ਮੋਹ ਪਿਆਰ ਤੇ ਸਤਿਕਾਰ ਨਹੀਂ ਰਿਹਾ। ਅੱਜ ਦੇ ਲੋਕਾਂ ਵਿੱਚ ਪੁਰਾਣੇ ਲੋਕਾਂ ਵਾਂਗ ਪਿਆਰ ਤੇ ਪੱਕੀਆਂ ਗੰਢਾਂ ਨਹੀਂ ਹਨ। ਵਰਤਮਾਨ ਪੰਜਾਬੀ ਜੀਵਨ ਵਿੱਚ ਕੁੜੀਆਂ ਤੇ ਚਾਅ ਤ੍ਰਿੰਜਣਾ ਅਤੇ ਗਾਉਣ ਵੀ ਨਹੀਂ ਰਹੇ। ਅੱਜ ਕੱਲ੍ਹ ਇਸ ਵਿੱਚ ਸ਼ਰੀਕਾਂ ਦਾ ਜੋ ਸਤਿਕਾਰ ਵਾਲੀ ਗੱਲ ਸੀ ਉਹ ਬਿਲਕੁਲ ਬਦਲ ਗਈ ਹੈ। ਅੱਜ ਦੇ ਪੰਜਾਬੀ ਜੀਵਨ ਵਿੱਚ ਪ੍ਰਾਹੁਣਿਆਂ ਦੀ ਵੀ ਖਾਤਰ ਸੇਵਾ, ਸਹਿਣ ਸ਼ਕਤੀ, ਜਿਗਰੇ ਹੌਸਲੇ, ਰੱਜ ਕੇ ਰੋਟੀਆਂ ਖਾਣ ਵਾਲੇ, ਮਹਿਫਲਾਂ ਲਾਉਣ ਵਾਲੇ ਅਤੇ ਡੂੰਘੀਆਂ ਸ਼ਰਮਾਂ ਤੇ ਸ਼ਰਾਫਤਾਂ ਦੇ ਮਾਲਕ ਲੋਕ ਨਹੀਂ ਰਹੇ। ਬੱਚਿਓ ਇਹਨਾਂ ਨੂੰ ਆਪਾਂ ਕੇਂਦਰੀ ਭਾਵ ਦੇ ਵਿੱਚ ਵੀ ਇੱਦਾਂ ਹੀ ਲਿਖਾਂਗੇ। ਠੀਕ ਹੈ। ਇੱਕ ਪੜ੍ਹੇ ਨੌਜਵਾਨ ਨੂੰ ਮੈਂ ਪੁੱਛਿਆ, ਉਹ ਸਾਡੇ ਅਨਪੜ੍ਹਾਂ ਦਾ ਪੁਰਾਣਾ ਗਠੀਲਾ ਅਣਟੁੱਟ ਜਿਹਾ ਭਾਈਚਾਰਾ ਕਿੱਥੇ, ਹਿੱਤ ਕਿੱਥੇ, ਪਿਆਰ ਕਿੱਥੇ, ਉਹ ਸਾਡਾ ਹੱਸ ਬੋਲਣਾ ਗਵਾਚ ਗਿਆ ਕਿੱਥੇ, ਦਿਲ ਜ਼ੋਰ ਮਿੱਠਤ ਕਿੱਥੇ, ਮਿਲਤ ਕਿੱਥੇ,
ਉਹ ਬਾਹਾਂ ਦਾ ਮਾਣ ਜ਼ੋਰ ਸਾਰਾ। ਠੀਕ ਹੈ ਨਾ। ਉਹ ਕਹਿੰਦੇ ਨੇ ਵੀ ਕਿੱਥੇ ਗਿਆ ਸਾਰਾ। ਪੰਜਾਬੀ ਜੋ ਪੜ੍ਹਿਆ ਲਿਖਿਆ ਅੱਜ ਦਾ ਨੌਜਵਾਨ ਆ ਉਹਨਾਂ ਨੂੰ ਪੁੱਛਿਆ ਹੈ ਕਿ ਸਾਡਾ ਅਨਪੜ੍ਹਾਂ ਦਾ ਪੁਰਾਣਾ ਪੱਕਾ ਤੇ ਅਟੁੱਟ ਭਾਈਚਾਰਾ ਕਿੱਥੇ ਚਲਾ ਗਿਆ ਏ। ਸਾਡਾ ਆਪਸੀ ਪਿਆਰ, ਹਿੱਤ ਤੇ ਹੱਸ-ਹੱਸ ਕੇ ਬੋਲਣਾ ਕਿੱਥੇ ਆਲੋਪ ਹੋ ਗਿਆ ਹੈ। ਸਾਡਾ ਦਿਲ, ਜ਼ੋਰ, ਮਿਠਾਸ, ਮਿਲਤ ਤੇ ਬਾਹਾਂ ਦਾ ਮਾਣ ਭਰਿਆ ਰੋਜ਼ ਕਿੱਥੇ ਚਲਾ ਗਿਆ। ਅੱਜ ਪੰਜਾਬ ਵਿੱਚ ਬਹੁਤ ਕੁਝ ਬਦਲ ਗਿਆ ਹੈ, ਬਹੁਤ ਸਾਰੀਆਂ ਚੀਜ਼ਾਂ ਅਲੋਪ ਹੋ ਗਈਆਂ ਹਨ ਤੇ ਕਵੀ ਦੇ ਮਨ ਦੇ ਵਿੱਚ ਇਹ ਦੁੱਖ ਹੈ। ਫਿਰ ਉਸ ਤੋਂ ਬਾਅਦ ਆ ਗਿਆ ਸੱਸਾਂ ਦੇ ਉਹ ਸਮੁੰਦਰਾਂ ਵਰਗੇ ਦਿਲ, ਨੂੰਹਾਂ ਧੀਆਂ ਦੀ ਲਿਹਾਜ਼ ਦੀ ਸੱਭਿਅਤਾ, ਜਵਾਈਆਂ ਦੀਆਂ ਪੁਰਾਣੀ ਮੋਤੀਆਂ ਵਰਗੀ ਆਬ ਕਿੱਥੇ, ਸੱਜ ਵਿਆਹੀਆਂ ਦਾ ਉਹ ਆਦਰ ਭਾ, ਸ਼ਿੰਗਾਰ ਤੇ ਸੰਵਾਰ ਕਿੱਥੇ, ਲਾਡ ਤੇ ਮੁਰਾਦਾਂ, ਸਾਲੂ ਕਿੱਥੇ, ਬਾਗ ਕਿੱਥੇ ਤੇ ਫੁਲਕਾਰੀਆਂ, ਸਾਲੂ ਕਿੱਥੇ, ਬਾਗ ਤੇ ਫੁਲਕਾਰੀਆਂ, ਉਹ ਮਹਿੰਦੀ ਦਾ ਰੰਗ ਸੁਹਾਗ ਦਾ, ਉਹ ਹੱਥ ਪੈਰ ਰੰਗੇ, ਉਹ ਤਿੱਲੇਦਾਰ ਜੁੱਤੀਆਂ। ਫਿਰ ਉਹ ਕਹਿੰਦੇ ਨੇ ਵੀ ਉਹ ਕਿੱਥੇ ਅਲੋਪ ਹੋ ਗਿਆ ਸਭ ਕੁਝ। ਉਹ ਸੱਭਿਆਚਾਰ ਜਿੱਥੇ ਨੂੰਹਾਂ ਧੀਆਂ ਦਾ ਬਹੁਤ ਸਤਿਕਾਰ ਹੁੰਦਾ ਸੀ ਉਹ ਕਿੱਥੇ ਗਵਾਚ ਗਿਆ। ਜਵਾਈਆਂ ਦੀ ਬਹੁਤ ਆਦਰ ਸਤਿਕਾਰ ਹੁੰਦਾ ਸੀ, ਪ੍ਰਾਹੁਣਚਾਰੀ ਹੁੰਦੀ ਸੀ। ਸੱਜ ਵਿਆਹੀਆਂ ਕੁੜੀਆਂ ਲਈ ਆਦਰ, ਪਿਆਰ, ਲਾਡ, ਉਹਨਾਂ ਦਾ ਹਾਰ ਸ਼ਿੰਗਾਰ ਕਿੱਥੇ ਅਲੋਪ ਹੋ ਗਿਆ। ਅੱਜ ਦੇ ਪੰਜਾਬ ਵਿੱਚ ਇਹ ਚੀਜ਼ਾਂ ਕਿਧਰੇ ਵੀ ਦਿਖਾਈ ਨਹੀਂ ਦਿੰਦੀਆਂ। ਅੱਜ ਸੱਜ ਵਿਆਹੀਆਂ ਦੇ ਸਾਲੂ, ਬਾਗ, ਫੁਲਕਾਰੀਆਂ, ਸੁਹਾਗ ਤੇ ਮਹਿੰਦੀ ਨਾਲ ਰੰਗੇ ਹੱਥ ਪੈਰ ਤੇ ਤਿੱਲੇਦਾਰ ਜੁੱਤੀਆਂ ਵੀ ਕਿਧਰੇ ਦਿਖਾਈ ਨਹੀਂ ਦਿੰਦੀਆਂ। ਠੀਕ ਹੈ ਨਾ। ਵੀ ਸਭ ਕੁਝ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ। ਭਰਾਵਾ, ਇਹ ਪੁਰਾਣੀ ਬੁੱਢੀ ਜਿਹੀ ਸੱਭਿਅਤਾ, ਦਰਿਆਵਾਂ ਝਨਾਵਾਂ ਦੇ ਫੇਰ ਵਾਲੀ, ਦੂਰੋਂ ਆਈ ਦੂਰ ਜਾਂਦੀ ਬਿਰਾਦਰੀਆਂ ਦਾ ਮਿਲ ਮਿਲ ਜੀਣਾ ਕਿੱਥੇ, ਉਹ ਸਦੀਆਂ ਦੀ ਬੋਹੜ ਕਿਸ ਵੱਡੀ, ਉਹ ਪੁਰਾਣਾ ਪਿੱਪਲ ਕਿੱਥੇ ਉੱਡ ਗਿਆ। ਹਵਾ ਆਈ, ਝੱਖੜ ਆਇਆ, ਉਹ ਕਿਸ ਗੇਰਿਆ, ਉਹ ਜੰਗਲ ਜ਼ਰੂਰ ਸੀ, ਪੁਰਾਣਾ ਦੰਦ ਕੱਢਿਆ, ਗੰਭੀਰ ਸੀ, ਮੰਨਿਆ, ਭਾਂਤ ਭਾਂਤ ਬੋਲੀਆਂ ਤੇ ਖਿਆਲ ਸੀ, ਅਸੀਂ ਅਣਜਾਣ ਸੇ, ਇੱਕੋ ਜਿਹੇ ਸਿੱਧੇ ਸਾਦੇ ਕੰਮ ਕਰਨ ਵਾਲੇ ਹੱਡ ਸੈ, ਤੇ ਇੱਕ ਅੱਧ ਖਿਆਲ ਕੋਈ ਸੁਣਿਆ ਮੰਨਿਆ ਅਸਾਂ ਲਈ ਬਸ ਸੀ। ਉਸੇ ਵਿੱਚ ਬਹਿੰਦੇ ਉੱਠਦੇ ਜੀਂਦੇ ਜਾਗਦੇ, ਉਹ ਇੱਕ ਖਿਆਲ ਸਾਡੀ ਜਿੰਦ ਜਾਨ ਸੀ। ਫੇਰ ਵਾਲੀ ਕੀ ਹੁੰਦਾ ਬੱਚਿਓ, ਵਿਸ਼ਾਲਤਾ ਭਰੀ। ਬਿਰਾਦਰੀਆਂ ਭਾਈਚਾਰੇ ਨੂੰ ਆਪਾਂ ਕਹਿ ਦਿੰਦੇ ਹਾਂ। ਅਤੇ ਉਹ ਪੁੱਛਦੇ ਨੇ ਨੌਜਵਾਨ ਨੂੰ ਕਿ ਉਹ ਜੋ ਪੁਰਾਣੀ ਬੁੱਢੀ ਜਿਹੀ ਸੱਭਿਅਤਾ ਸੀ ਸਾਡੀ ਕਿੱਥੇ ਗਈ। ਉਹ ਸੱਭਿਅਤਾ ਝਨਾ ਦਰਿਆ ਵਰਗੀ ਵਿਸ਼ਾਲ ਸੀ। ਉਹ ਕਿਸੇ ਦੂਰ ਦੇ ਸਮੇਂ ਵਿੱਚ ਆਰੰਭ ਹੋਈ ਸੀ ਅਤੇ ਅੱਗੇ ਤੁਰ ਗਈ ਸੀ। ਅੱਜ ਦੇ ਪੰਜਾਬੀ ਜੀਵਨ ਵਿੱਚ ਬਿਰਾਦਰੀਆਂ ਕਿਧਰੇ ਵੀ ਨਹੀਂ ਮਿਲ ਕੇ ਬੈਠਦੀਆਂ, ਜਦ ਕਿ ਇਹ ਪੁਰਾਣੀ ਸੱਭਿਅਤਾ ਦਾ ਪ੍ਰਧਾਨ ਅੰਗ ਸੀ। ਉਹ ਪੁਰਾਣੀ ਸੱਭਿਅਤਾ ਰੂਪੀ ਬੋਹੜ ਨੂੰ ਕਿਸ ਨੇ ਵੱਢ ਦਿੱਤਾ। ਉਹ ਸੱਭਿਅਤਾ ਦਾ ਪੁਰਾਣਾ ਪਿੱਪਲ ਕਿੱਥੇ ਉੱਡ ਪੁੱਡ ਗਿਆ। ਕਿ ਉਸ ਨੂੰ ਕਿਸੇ ਹਨੇਰੀ ਝੱਖੜ ਨੇ ਡਿੱਗਿਆ ਜਾਂ ਹੋਰ ਕਿਸੇ ਚੀਜ਼ ਨੇ। ਵੇਖਣ ਨੂੰ ਤਾਂ ਉਹ ਜ਼ਰੂਰ ਇੱਕ ਜੰਗਲ ਵਾਂਗ ਸੀ, ਪਰ ਉਸ ਵਿੱਚ ਗੰਭੀਰਤਾ ਤੇ ਭਿਆਨਕਤਾ ਸੀ। ਮੈਂ ਇਹ ਗੱਲ ਮੰਨਦਾ ਹਾਂ ਕਿ ਉਸ ਵਿੱਚ ਲੋਕ ਆਪੋ ਆਪਣੀ ਬੋਲੀ ਬੋਲਦੇ ਸਨ ਅਤੇ ਆਪੋ ਆਪਣੇ ਖਿਆਲ ਰੱਖਦੇ ਸਨ। ਭਾਵੇਂ ਅਸੀਂ ਅਣਜਾਣ ਜਿਹੇ ਸਾਂ, ਪਰ ਅਸੀਂ ਸਾਰੇ ਇੱਕੋ ਜਿਹੇ ਸਿੱਧੇ ਸਾਦੇ ਅਤੇ ਹੱਡ ਭੰਨ ਕੇ ਮਿਹਨਤ ਕਰਨ ਵਾਲੇ ਬੰਦੇ ਸਾਂ। ਅਸੀਂ ਕੋਈ ਇੱਕ ਅੱਧ ਖਿਆਲ ਨੂੰ ਸੁਣ ਕੇ ਉਸ ਨੂੰ ਮੰਨ ਲੈਣਾ ਹੀ ਕਾਫੀ ਸਮਝਦੇ ਸਾਂ। ਅਸੀਂ ਉਸੇ ਖਿਆਲ ਦੇ ਅਨੁਸਾਰ ਹੀ ਉੱਠਦੇ ਬੈਠਦੇ ਅਤੇ ਜਿਉਂਦੇ ਜਾਗਦੇ ਆਪਣਾ ਜੀਵਨ ਗੁਜ਼ਾਰਦੇ ਸਾਂ। ਉਹ ਇੱਕੋ ਖਿਆਲ ਹੀ ਸਾਡੀ ਜਿੰਦ ਜਾਨ ਹੁੰਦਾ ਸੀ। ਇਸ ਪ੍ਰਕਾਰ ਸਾਡੀ ਜ਼ਿੰਦਗੀ ਕੋਈ ਬਹੁਤੀ ਗੁੰਝਲਦਾਰ ਨਹੀਂ ਹੁੰਦੀ ਸੀ। ਆਸਾਨ ਸਧਾਰਨ ਜ਼ਿੰਦਗੀ ਸਾਡੀ ਹੁੰਦੀ ਸੀ। ਵਪਾਰ ਅਸੀਂ ਕਰਦੇ ਸੀ ਸੱਚਾ ਸੁਥਰਾ, ਕਾਹਲੀ ਵਿੱਚ ਅਮੀਰ ਹੋਣ ਨੂੰ ਨਿੰਦਦੇ। ਇੱਕ ਰੱਬੀ ਜੋੜ ਮੇਲ ਜਾਣ ਕੁੱਲ ਦੁਨੀਆ ਦੀ ਸੇਵਾ ਕਰਦੇ। ਇਹ ਚਾਂਦੀ ਦੀਆਂ ਠੀਕਰਾਂ ਕਦੀ ਨਾ ਸਾਡਾ ਰੱਬ ਸੀ। ਵਿਲਾਇਤਾਂ ਜਾਂਦੇ ਕਾਬਲ ਕੰਧਾਰ ਬੁਖਾਰੇ, ਸਫ਼ਰ ਝਾਗਦੇ ਜਫਰ ਜਾਲਦੇ, ਸਫ਼ਰ ਸਾਡਾ ਦਿਨ ਰਾਤ ਸੀ। ਸੋਹਣੇ ਉਨਰਾਂ ਦੇ ਕੰਮ ਬਣੇ, ਦੇਸ਼ ਆਪਣੇ ਨੂੰ ਆਮਦੇ। ਪਹਿਨਣ ਵਾਲਿਆਂ ਤੇ ਬਣਾਉਣ ਵਾਲਿਆਂ ਦੋਹਾਂ ਦੇ ਸ਼ਗਨ ਮਨਾਉਂਦੇ। ਦੋਹਾਂ ਧਿਰਾਂ ਜੀਣ
ਵਸਣ ਥੀਣ ਅਸੀਂ ਰੋਟੀਆਂ ਪਏ ਖਾਵਦੇ, ਲੱਦ ਲੱਦ ਜਾਂਦੇ ਲੱਦ ਲੱਦ ਆਂਦੇ, ਕਿੰਨਾ ਸੋਹਣਾ ਉਹ ਵਪਾਰ ਸੀ। ਤੇ ਹੁਣ ਵਪਾਰ ਦੀ ਗੱਲ ਕੀਤੀ ਹੈ, ਪਹਿਲਾਂ ਰਿਸ਼ਤਿਆਂ ਦੀ ਗੱਲ ਕੀਤੀ ਹੈ ਵੀ ਅਸੀਂ ਸੱਚੇ ਸੁੱਚੇ ਵਪਾਰ ਨੂੰ ਮਤਲਬ ਤਰਜੀਹ ਦਿੰਦੇ ਸਾਂ। ਇਹ ਨਹੀਂ ਸਾਂ ਕਹਿੰਦੇ ਵੀ ਧੋਖਾਧੜੀ ਕਰਕੇ, ਜਦੋਂ ਕੋਈ ਚੋਰੀਆਂ ਕਰਦਾ, ਧੋਖਾਧੜੀ ਕਰਦਾ ਹੈ ਜਾਂ ਸਮਗਲਿੰਗ ਕਰਦਾ, ਨਸ਼ੇ ਵੇਚਦਾ, ਇੱਕਦਮ ਹੀ ਉਹ ਅਮੀਰ ਹੋ ਜਾਂਦੇ ਨੇ, ਵੀ ਸਾਡੀ ਜਿਹੜੀ ਸੱਭਿਅਤਾ ਸੀ ਉਸ ਨੂੰ ਨਫ਼ਰਤ ਕਰਦੀ ਸੀ, ਕਾਹਲੀ ਨਾਲ ਅਮੀਰ ਹੋਣ ਨੂੰ ਨਿੰਦਦੇ ਸਾਂ। ਅਸੀਂ ਸੰਸਾਰ ਨਾਲ ਆਪਣੇ ਸੰਬੰਧਾਂ ਨੂੰ ਇੱਕ ਰੱਬੀ ਜੋੜ ਮੇਲ ਸਮਝਦੇ ਸਾਰੀ ਦੁਨੀਆ ਦੀ ਸੇਵਾ ਕਰਦੇ ਸਾਂ। ਅਸੀਂ ਵਰਤਮਾਨ ਜੋ ਅੱਜ ਕੱਲ੍ਹ ਦੇ ਲੋਕ ਨੇ ਉਹਨਾਂ ਵਾਂਗ ਚਾਂਦੀ ਦੀਆਂ ਠਿੱਕਰਾਂ ਅਰਥਾਤ ਰੁਪਇਆਂ ਨੂੰ ਕਦੇ ਆਪਣੇ ਰੱਬ ਨੂੰ ਮਤਲਬ ਬਣਾ ਕੇ ਨਹੀਂ ਸੀ ਪੁੱਜਿਆ। ਅਸੀਂ ਕਮਾਈ ਕਰਨ ਲਈ ਇੰਗਲੈਂਡ, ਕਾਬਲ, ਕੰਧਾਰ, ਬੁਖਾਰੇ ਦਿਨ ਰਾਤ ਸਫ਼ਰ ਕਰਦੇ, ਠੀਕ ਹੈ ਨਾ, ਅਤੇ ਦੁੱਖਾਂ ਦਾ ਮੁਕਾਬਲਾ ਕਰਦੇ ਹੋਏ ਜਾਂਦੇ ਸਾਂ। ਉੱਥੇ ਸੋਹਣੀ ਕਲਾਕਾਰੀ ਨਾਲ ਬਣੀਆਂ ਚੀਜ਼ਾਂ ਆਪਣੇ ਦੇਸ਼ ਵਿੱਚ ਲਿਆਉਂਦੇ ਸਾਂ। ਉਹ ਲਿਆਂਦੇ ਕੱਪੜਿਆਂ ਨੂੰ ਪਹਿਨਣ ਵਾਲਿਆਂ ਅਤੇ ਬਣਾਉਣ ਵਾਲਿਆਂ ਦੋਹਾਂ ਦੇ ਸ਼ਗਨ ਮਨਾਉਂਦੇ ਸਾਂ। ਅਸੀਂ ਰੱਬ ਤੋਂ ਇਹੋ ਮੰਗਦੇ ਸਾਂ ਕਿ ਦੋਵੇਂ ਧਿਰਾਂ ਵਸਦੀਆਂ ਰਹਿਣ, ਜਿਨ੍ਹਾਂ ਦੇ ਸਿਰ 'ਤੇ ਅਸੀਂ ਰੋਟੀਆਂ ਖਾਂਦੇ ਸਾਂ। ਇਸ ਪ੍ਰਕਾਰ ਖੈਰ ਮੰਗਦੇ ਹੋਏ ਅਸੀਂ ਲੱਦੇ ਹੋਏ ਵਿਦੇਸ਼ਾਂ ਵਿੱਚ ਜਾਂਦੇ ਅਤੇ ਉੱਥੇ ਲੱਦੇ ਹੋਏ ਹੀ ਆਉਂਦੇ ਸਾਂ। ਕਿੰਨਾ ਸੋਹਣਾ ਵਪਾਰ ਸਾਡਾ ਸੀ। ਸੋਹਣਿਆ ਤੂੰ ਦੱਸ ਨਾ ਉਹ ਵੇਲੇ ਕਿਉਂ ਲੱਦ ਗਏ, ਵਹਿਮ ਸਨ ਸਾਡੇ ਠੀਕ, ਪਰ ਤੁਹਾਡੇ ਕੀ ਘੱਟ ਹਨ। ਨਾਮ ਬਦਲੇ ਰੂਪ ਬਦਲੇ, ਤੱਕੇ ਨੀਜ ਲਾ, ਹੈਨ ਸਭ ਉਹ ਜਿਹੇ, ਵਹਿਮ ਅੱਜ ਵੀ। ਠੀਕ ਹੈ ਨਾ, ਵੀ ਉਹ ਕਹਿੰਦੇ ਨੇ ਵਹਿਮ ਉਹੀ ਨੇ, ਨਾਮ ਬਦਲ ਗਏ, ਰੂਪ ਬਦਲ ਗਏ, ਅਤੇ ਆਦਮੀ ਦੀ ਪੂਜਾ ਛੱਡੀ, ਮੰਨਿਆ ਗੁਨਾਹ ਸੀ, ਪਰ ਠੀਕਰੀਆਂ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਸੀ। ਸੇਵਾ ਕਰਨੀ ਮਜ਼ਦੂਰੀ ਮੰਗਣੀ ਨਾ ਕੁਛ ਜਹਿਲ ਸੀ, ਪਰ ਮੁਰਦਿਆਂ ਦੇ ਜੇਬੇ ਫੋਲਣੇ, ਖਾਣ ਪੀਣ ਨੂੰ ਕਿਹੜਾ ਇਲਮ ਹੈ। ਅਸੀਂ ਗਰੀਬ ਸਾਂ, ਸੰਤੋਖ ਸਾਡਾ ਕਾਤਲ ਜ਼ਹਿਰ ਸੀ, ਕੂੜ ਪਾਪ ਕਰ ਅਮੀਰ ਹੋਣਾ, ਵੇਲਾ ਵੇਲਾ ਇਹ ਬੇਸਬਰੀ ਕਦ ਅੰਮ੍ਰਿਤ ਬਣੀ। ਠੀਕ ਹੈ ਨਾ, ਉਹ ਕਹਿੰਦੇ ਨੇ ਵੀ ਮੰਨਿਆ ਕਿ ਪੁਰਾਣੇ ਜਿਹੜਾ ਸਮਾਜ ਸੀ ਉੱਥੇ ਅੰਧ ਵਿਸ਼ਵਾਸ ਬਹੁਤ ਸਨ, ਪਰ ਹੁਣ ਵੀ ਉਹ ਘੱਟ ਨਹੀਂ ਹੈ, ਹੁਣ ਉਹਨਾਂ ਦਾ ਰੂਪ ਬਦਲ ਗਿਆ ਹੈ। ਉਹ ਜ਼ਰਾ ਨੀਝ ਲਾ ਕੇ ਦੇਖੋ, ਅੱਜ ਵੀ ਉਹ ਜਿਹੇ ਵਹਿਮ ਕਾਇਮ ਹਨ। ਇਹ ਠੀਕ ਹੈ ਕਿ ਵਰਤਮਾਨ ਸੱਭਿਅਤਾ ਦੇ ਮਾਲਕ ਲੋਕਾਂ ਨੇ ਆਦਮੀਆਂ ਦੀ ਪੂਜਾ ਦਾ ਤਿਆਗ ਕਰ ਦਿੱਤਾ, ਕਿਉਂਕਿ ਇਹ ਗੁਨਾਹ ਸੀ, ਅਤੇ ਪਰ ਇਸ ਦੀ ਥਾਂ ਵਰਤਮਾਨ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਜੋ ਪੈਸਿਆਂ ਦੀ ਪੂਜਾ ਹੈ, ਉਹ ਕੀ ਹੈ, ਇਹ ਵੀ ਤਾਂ ਪਾਪ ਹੈ। ਇਹ ਮੰਨ ਲੈਂਦੇ ਹਾਂ ਕਿ ਪੁਰਾਣੇ ਲੋਕ ਸੇਵਾ ਕਰਦੇ ਸਨ ਅਤੇ ਮਜ਼ਦੂਰੀ ਨਹੀਂ ਸਨ ਮੰਗਦੇ। ਇਹ ਉਹਨਾਂ ਦੀ ਜਹਾਲਤ ਦੀ ਨਿਸ਼ਾਨੀ ਸੀ, ਮਤਲਬ ਨਿਸ਼ਾਨੀ ਸੀ, ਪਰ ਖਾਣ ਪੀਣ ਦੀ ਖਾਤਰ ਅਰਥਾਤ ਪੈਸਿਆਂ ਦੀ ਪ੍ਰਾਪਤੀ ਲਈ ਮੁਰਦਿਆਂ ਦੀਆਂ ਜੇਬਾਂ ਫੋਲਣੀਆਂ ਕਿੱਥੋਂ ਦਾ ਪੁੰਨ ਹੈ ਜੋ ਅੱਜ ਕੱਲ੍ਹ ਲੋਕ ਕਰ ਰਹੇ ਹਨ। ਇਹ ਵੀ ਤਾਂ ਪਾਪ ਹੀ ਹੈ। ਇਹ ਵੀ ਮੰਨ ਲੈਂਦੇ ਹਾਂ ਕਿ ਅਸੀਂ ਗਰੀਬ ਸਾਂ, ਸਾਡੇ ਸਬਰ ਸੰਤੋਖ ਨੂੰ ਮਾਰੂ ਜ਼ਹਿਰ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ, ਪਰ ਝੂਠ ਬੋਲ ਕੇ ਪਾਪ ਕਰਕੇ ਤੇਜ਼ੀ ਨਾਲ ਅਮੀਰ ਬਣਨ ਦੀ ਜੋ ਰੁਚੀ ਹੈ ਉਹ ਕਿੱਥੋਂ ਦਾ ਅੰਮ੍ਰਿਤ ਹੈ। ਅਸਲ ਵਿੱਚ ਇਹ ਇੱਕ ਮਾਰੂ ਜ਼ਹਿਰ ਹੈ। ਸੋਹਣਿਆ ਦੱਸ ਨਾ ਉਹ ਵੇਲੇ ਕਿੱਧਰ ਗਏ, ਉਹ ਪਿੱਪਲਾਂ ਦੇ ਪੱਤਿਆਂ ਦੀ ਝੂਮ ਝੂਮ ਜਿਹੜੀ ਸਾਡੇ ਗੂੰਗੇ ਦਿਲਾਂ ਨੂੰ ਵਲੂੰਦਰਦੀ ਸੀ। ਉਹ ਖੜਕਦੇ ਕਿਉਂ ਨਿੰਮੋ ਝੂਣ ਹੋ ਅੱਜ, ਕੋਈ ਨਾਚ ਉਹਨਾਂ ਦਾ ਨਾਂ ਹੁਣ ਦੇਖਣੇ ਆਉਂਦਾ, ਕੀ ਅੰਦਰ ਦੀ ਖੁਸ਼ੀ ਸਾਰੀ ਮਰ ਗਈ, ਭੱਠ ਪਈ ਅੱਜ ਦੀ ਸੱਭਿਅਤਾ। ਠੀਕ ਹੈ ਨਾ, ਵੀ ਭੱਠ ਪਵੇ ਅੱਜ ਦੀ ਸੱਭਿਅਤਾ, ਵੀ ਜੋ ਇਹੋ ਜਿਹੀ ਸੀ, ਜਿਹੜੀ ਦੌੜਦੀ ਹੱਫਦੀ ਦੌੜ ਦੌੜ ਆਰਾਮ ਚਾਹੇ ਲੈਣਾ, ਇੱਕੋ ਵੇਰੀ ਇੱਕੋ ਦਿਨ ਦੋਹਾਂ ਹੱਥਾਂ ਨਾਲ। ਉਹ ਕਹਿੰਦੇ ਨੇ ਵੀ ਜੋ ਵਰਤਮਾਨ ਦਾ ਜੋ ਪੜ੍ਹਿਆ ਲਿਖਿਆ ਨੌਜਵਾਨ ਉਹਨੂੰ ਸਵਾਲ ਕਰਦੇ ਨੇ ਕਿ ਜਦੋਂ ਪਿੱਪਲਾਂ ਦੇ ਪੱਤੇ ਝੂਮ ਝੂਮ ਕੇ ਸਾਡੇ ਗੂੰਗੇ ਦਿਲਾਂ ਉੱਪਰ ਡੂੰਘਾ ਅਸਰ ਪਾਉਂਦੇ ਸਨ, ਫਲਸਰੂਪ ਸਾਡੇ ਦਿਲਾਂ ਵਿੱਚੋਂ ਗੀਤ ਫੁੱਟਦੇ ਸਨ, ਅੱਜ ਉਹ ਪੱਤੇ ਨਿੰਮੋ ਝੂਣ ਤੇ ਬੇਅਸਰ ਜਿਹੇ ਖੜਕਦੇ ਹਨ। ਹੁਣ ਉਹਨਾਂ ਦਾ ਕੋਈ ਨਾਚ ਦਿਖਾਈ ਨਹੀਂ ਦਿੰਦਾ। ਕੀ ਹੁਣ ਉਹਨਾਂ ਦੇ ਅੰਦਰ ਦੀ ਸਾਰੀ ਖੁਸ਼ੀ ਮਰ ਗਈ ਹੈ। ਅੱਜ ਦੀ ਅਜਿਹੀ ਰਸਹੀਣ ਸੱਭਿਅਤਾ ਭੱਠੀ ਵਿੱਚ ਪਵੇ, ਜਿਹੜੀ ਆਪਣੀਆਂ ਖੁਦਗਰਜ਼ੀ ਦੀ ਜੋ ਪੂਰਤੀ ਉਹਨਾਂ ਲਈ ਭੱਜਦੀ ਦੌੜਦੀ ਅਤੇ ਹੱਫਦੀ ਹੈ।
ਇਹ ਉਹ ਦੌੜ ਹੈ ਜੋ ਸਾਰੇ ਮਤਲਬ ਆਪਣੇ ਸੁੱਖ ਦੇ ਲਈ ਚਾਹੁੰਦੇ ਹਨ। ਇਸ ਪ੍ਰਕਾਰ ਵਰਤਮਾਨ ਪੰਜਾਬੀ ਸੱਭਿਅਤਾ ਦਾ ਹਰ ਜਾਇਜ਼ ਤੇ ਨਾਜਾਇਜ਼ ਤਰੀਕੇ ਨਾਲ ਪਦਾਰਥਕ ਸੁੱਖਾਂ ਦੀ ਪ੍ਰਾਪਤੀ ਦੇ ਪਿੱਛੇ ਲੱਗਿਆ ਹੋਇਆ ਹੈ। ਅੰਬਾਂ ਦੇ ਬੂਰ ਪਏ ਕਿਰਦੇ ਬੇਵੱਸ ਹੋ, ਕੋਈ ਸੋਹਣੀਆਂ ਪਿੰਗਾਂ ਹੁਣ ਨਾ ਝੂਟਦੀਆਂ, ਇਹ ਕੀ ਮੁਰਦੀਹਾਨ ਜਿਹੀ। ਉਹ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ, ਢੰਗ ਨਹੀਂ, ਕੁਝ ਉਦਾਲਣ ਜਿਹਾ ਬਸ ਲੱਗਦਾ। ਉਹ ਜੰਝਾਂ ਕਿੱਥੇ, ਉਹ ਵੇਹਲ, ਉਹ ਖੁੱਲ੍ਹ, ਉਹ ਚਾਅ, ਦੱਸੋ ਨਾ ਕਿੱਥੇ ਟੁਰ ਗਿਆ ਸਾਰਾ। ਅਤੇ ਉਹ ਫਿਰ ਕਹਿੰਦੇ ਨੇ ਵੀ ਕਿੱਥੇ ਗਿਆ ਸਾਰਾ ਕੁਛ। ਅੱਜ ਅੰਬਾਂ ਦੇ ਬੂਰ ਪੀਂਘਦੇ ਹੁਲਾਰਿਆਂ ਨਾਲ ਨਹੀਂ ਸਗੋਂ ਬੇਵੱਸ ਹੋ ਕੇ ਗਿਰਦੇ ਹਨ ਮਤਲਬ ਅੱਜ ਦੇ ਪੰਜਾਬੀ ਜੀਵਨ ਉੱਤੇ ਕੋਈ ਮੁਰਦੇਹਾਨੀ ਜਿਹੀ ਛਾਈ ਦਿਖਾਈ ਦਿੰਦੀ ਹੈ। ਅੱਜ ਇਸ ਜੀਵਨ ਵਿੱਚ ਵਿਆਹਾਂ ਦੀਆਂ ਪੁਰਾਣੀਆਂ ਰੰਗੀਨੀਆਂ ਦੇ ਤਰੀਕੇ ਮੌਜੂਦ ਨਹੀਂ ਰਹੇ। ਅੱਜ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੁੜੀ ਮੁੰਡੇ ਨਾਲ ਉਧੜ ਗਈ ਹੋਵੇ ਜਾਂ ਮੁੰਡਾ ਉਧਾਲ ਕੇ ਲੈ ਗਿਆ ਹੋਵੇ, ਮਤਲਬ ਭਜਾ ਕੇ। ਅੱਜ ਪੁਰਾਣੇ ਸਮੇਂ ਵਾਂਗ ਆ ਕੇ ਜੰਝਾਂ ਕਈ ਦਿਨ ਨਹੀਂ ਰਹਿੰਦੀਆਂ। ਅੱਜ ਦੇ ਵਿਆਹ ਦੇ ਜੋ ਢੰਗ ਹਨ, ਵੇਲ, ਖੁੱਲ੍ਹ ਤੇ ਚਾਅ, ਸਾਰਾ ਕਿਧਰੇ ਉੱਡ ਗਿਆ ਲੱਗਦਾ ਹੈ। ਅੱਜ ਦੇ ਵਿਆਹ ਢੰਗ ਰਸਹੀਣ ਤੇ ਫਿੱਕੇ ਹੋ ਗਏ ਹਨ। ਉਹ ਸ਼ਗਨ ਮਨਾਵਣੇ, ਉਹ ਢੋਲਕੀਆਂ ਦੇ ਗੀਤ ਜਿਹੜੇ ਰੀਤ ਦੀ ਰਗ ਛੇੜਦੇ, ਉਹ ਕੁੜੀਆਂ ਕੁੰਵਾਰੀਆਂ ਦੇ ਮਨ ਦੇ ਚਾਅ ਟੱਪੇ। ਵੀ ਮਤਲਬ ਢੋਲਕੀਆਂ ਦੇ ਗੀਤ ਕਿੱਥੇ ਗਏ ਜਿਹੜੇ ਸਾਨੂੰ ਚਾਅ ਦਿੰਦੇ ਸਨ। ਕੁੰਵਾਰੀਆਂ ਕੁੜੀਆਂ ਦੇ ਮਨ ਦੇ ਚਾਅ ਸਨ ਉਹ। ਨਿੱਕੇ ਨਿੱਕੇ ਕੋਇਲਾਂ ਦੀ ਭਾਂਤ ਬੋਲੀਆਂ, ਮਤਲਬ ਸੋਹਣੀਆਂ ਬੋਲੀਆਂ ਸਨ। ਉਹ ਰਾਗ ਨਵੇਂ ਸੱਜਰੇ ਸਿੱਜੇ ਭਿੱਜੇ ਨਵੇਂ ਰਾਗ ਸਨ, ਬਹੁਤ ਸੋਹਣੇ। ਮਤਲਬ ਸੁਹਾਗ, ਘੋੜੀਆਂ, ਹਾਸੇ ਦੀਆਂ ਗੱਲਾਂ ਸਾਰੀਆਂ ਕਿੱਥੇ ਅਲੋਪ ਹੋ ਗਈਆਂ। ਰੂਹਾਂ ਵਿੱਚੋਂ ਜਿਹੜੇ ਨਿਕਲਦੇ ਉਹ ਘੋੜੀਆਂ, ਸੁਹਾਗ, ਉਹ ਦੋ ਗੱਲਾਂ ਤੇ ਹਾਸੇ ਕਿੱਥੇ ਗਏ। ਉਹ ਮਖੌਲੀ ਤਬੀਅਤਾਂ, ਖੁਸ਼ੀ ਭਰਨ ਵਾਲੀਆਂ, ਉਹ ਦਾਤੇ, ਉਹ ਭੰਡਾਰੀ, ਉਹ ਜਾਂਝੀ, ਉਹ ਮਾਂਝੀ ਕਿੱਥੇ ਗਏ। ਵੀ ਕਿੱਥੇ ਗਏ ਉਹ ਮਖੌਲ ਕਰਨ ਵਾਲੇ ਬੰਦੇ ਜਿਹੜੇ ਸਨ, ਦਾਨ ਕਰਨ ਵਾਲੇ, ਵਰਤਾਉਣ ਵਾਲੇ, ਜਾਂਝੀ ਮਾਂਝੀ ਤੇ ਕੇਸਰ ਰੰਗੀਆਂ ਜੰਝਾਂ ਦੀ ਜੋ ਜਗਮਗ ਸੀ ਉਹ ਕਿੱਥੇ ਚਲੀ ਗਈ। ਉਹ ਲਾੜੇ ਦਾ ਘੋੜੀ ਤੇ ਚੜ੍ਹਨਾ, ਉਹ ਭੈਣਾਂ ਲਾੜੇ ਦੀਆਂ ਦਾ ਗਾ ਕੇ ਵਾਂਗਾਂ ਦਾ ਗੁੰਦਣਾ, ਉਹ ਘੋੜੀ ਚਿੱਟੀ ਦਾ ਨਾਜ਼ ਦੇ ਚਾਅ ਵਿੱਚ ਲਾੜੇ ਨੂੰ ਚੱਕ ਮੋਢੇ ਖੁਸ਼ੀ ਥੀਣਾ, ਉਹ ਗਲ ਦੀਆਂ ਗਾਨੀਆਂ ਦਾ ਭੈਣਾਂ ਨਾਲ ਰਲ ਮਿਲ ਗਾਵਣਾ। ਤਾਂ ਉਹ ਕਹਿੰਦੇ ਨੇ ਉਹ ਕਿੱਥੇ ਆ ਸਾਰਾ ਕੁਝ ਜੋ ਵਿਆਹ ਸੀ, ਠੀਕ ਹੈ। ਚਿੱਟੀ ਘੋੜੀ ਦੇ ਬੜੇ ਨਖਰੇ ਤੇ ਚਾਅ ਨਾਲ ਉਸਦੀ ਭੈਣ ਜੋ ਸੀਗੀ ਉਹਨੂੰ ਦਾਲ ਛਕਾਉਂਦੀ ਸੀ ਅਤੇ ਉਸ ਨੂੰ ਪਿੱਠ 'ਤੇ ਚੱਕ ਕੇ ਮਤਲਬ ਲਾੜੇ ਨੂੰ, ਠੀਕ ਹੈ, ਅਤੇ ਚਾਅ ਨਾਲ ਚੱਲਦੀ ਸੀ। ਲਾੜੇ ਦੀਆਂ ਭੈਣਾਂ ਘੋੜੀ ਦੇ ਗਲ ਦੀਆਂ ਗਾਨੀਆਂ ਨਾਲ ਰਲ ਮਿਲ ਕੇ ਗਾਉਣਾ, ਆਦਿ ਸਭ ਗੱਲਾਂ ਕਿੱਥੇ ਚਲੀਆਂ ਗਈਆਂ, ਠੀਕ ਹੈ। ਅੱਜ ਕੱਲ੍ਹ ਇਹ ਹੈ ਨਹੀਂ, ਰਸਹੀਣ ਆ ਸਭ ਕੁਛ। ਉਹ ਨੇਜ਼ੇ ਬਾਜ਼ੀਆਂ ਵਿਆਹਾਂ 'ਤੇ, ਉਹ ਰੰਗ ਬਰੰਗ ਦੀਆਂ ਚੋਂਚਲਾਂ, ਉਹ ਖੇਡਾਂ, ਉਹ ਕੌਡੀਆਂ, ਉਹ ਖੁੱਲ੍ਹੇ ਖੇਤਾਂ ਵਿੱਚ ਦੌੜਾਂ। ਵਿਆਹਾਂ ਦੇ ਉੱਪਰ ਜਿਹੜੇ ਨੇਜ਼ੇਬਾਜ਼ੀਆਂ ਹੁੰਦੀਆਂ ਸਨ, ਫੰਕਸ਼ਨ ਹੁੰਦੇ ਸਨ, ਉਹ ਕਿੱਥੇ ਚਲੇ ਗਏ। ਉਹ ਸਾਰਾ ਕੁਝ ਕਿੱਥੇ ਚਲਾ ਗਿਆ ਜਿਸ ਨਾਲ ਦਿਲ ਦੇ ਪਰਚਾਵੇ ਹੁੰਦੇ ਸਨ। ਖੇਡਾਂ ਖੇਡਣੀਆਂ ਜਿਵੇਂ ਕੌਡੀਆਂ ਖੁੱਲ੍ਹੇ ਖੇਤਾਂ ਵਿੱਚ ਪਾਈਆਂ ਜਾਂਦੀਆਂ ਸਨ, ਅਲੋਪ ਹੋ ਗਈਆਂ। ਉਹ ਦਰਿਆਵਾਂ ਦਾ ਨਹਾਉਣ ਜਾਣਾ, ਢੋਲਕੀ ਵੱਜਦੀ, ਠੀਕ ਹੈ। ਜਦੋਂ ਲੋਕ ਦਰਿਆਵਾਂ 'ਤੇ ਨਹਾਉਣ ਜਾਂਦੇ ਸਨ ਢੋਲਕੀ ਵੱਜਦੀ ਸੀ। ਉਹ ਸੌਂਚੀਆਂ, ਉਹ ਕੁਸ਼ਤੀਆਂ, ਅਖਾੜੇ। ਸੌਂਚੀਆਂ ਵੀ ਇੱਕ ਤਰ੍ਹਾਂ ਕੁਸ਼ਤੀ ਨਾਲ ਹੁੰਦਾ ਬੱਚੋ, ਜਿਹੜੇ ਬਹਾਦਰਾਂ ਦੀ ਖੇਡ ਹੈ ਇਹ। ਅਤੇ ਕਿੱਥੇ ਚਲੇ ਗਏ ਉਹ ਸਾਰੇ। ਸਭ ਜੀਣ ਦਾ ਚਾਅ, ਹੋਣ ਦਾ ਮਾਣ, ਥੀਣ ਦਾ ਨਸ਼ਾ ਕਿੱਥੇ। ਵੀ ਕਿੱਥੇ ਉਹ ਜਿਉਣ ਦਾ ਚਾਅ। ਅੱਜ ਕੱਲ੍ਹ ਲੋਕਾਂ ਦੇ ਵਿੱਚ ਜਿਉਣ ਦਾ ਚਾਅ ਹੀ ਨਹੀਂ ਰਿਹਾ, ਠੀਕ ਹੈ ਨਾ। ਆਪਣੀ ਹੋਂਦ ਨੂੰ ਬਚਾਉਣ ਦਾ ਚਾਅ ਕਿੱਥੇ ਗਿਆ, ਨਸ਼ਾ ਕਿੱਥੇ ਉਹ ਹੋਂਦ ਨੂੰ ਬਚਾਉਣ ਦਾ। ਅੱਜ ਕੱਲ੍ਹ ਦੂਸਰੇ ਨਸ਼ੇ ਲੱਗ ਗਏ ਨੇ। ਉਹ ਪਿਆਰੀ ਬਸੰਤ ਦੀਆਂ ਫੁੱਲਾਂ ਦੀਆਂ ਹੋਲੀਆਂ, ਉਹ ਬਸੰਤ ਦੀ ਰੁੱਤ ਜੋ ਲੋਕ ਮਾਣਦੇ ਸਨ, ਕਿੱਥੇ ਆ ਉਹ। ਬਾਗ ਪਰ ਪਿਚਕਾਰੀ ਰੂਪਾਂ ਦਾ ਖੇਡਣਾ, ਠੀਕ ਹੈ ਨਾ। ਵੀ ਅੱਜ ਦੇ ਪੰਜਾਬੀ ਜੀਵਨ ਵਿੱਚੋਂ ਖੁਸ਼ੀ ਨਾਲ ਖੇਡੀਆਂ ਜਾਂਦੀਆਂ ਖੇਡਾਂ ਵੀ ਰੁਲ ਗਈਆਂ, ਠੀਕ ਹੈ। ਢੋਲਕੀਆਂ ਵੀ ਚਲੀਆਂ ਗਈਆਂ, ਬਸੰਤਾਂ ਵੀ ਚਲੀਆਂ ਗਈਆਂ, ਵੀ ਸਭ ਕੁਛ ਕਿਧਰੇ ਅਲੋਪ ਹੋ ਚੁੱਕਾ ਏ। ਅੱਜ ਹਰ ਬੂਹੇ ਦੇ ਉੱਪਰ ਕੀ ਹੈ, ਰੰਗਹੀਣਤਾ ਏ, ਠੀਕ ਹੈ ਨਾ। ਜੋ ਲੋਕ ਰੰਗਾਂ ਨਾਲ ਪਿਚਕਾਰੀਆਂ ਭਰ ਕੇ ਖੇਡਦੇ ਸਨ, ਹੋਲੀ ਮਨਾਉਂਦੇ ਸਨ, ਵੀ ਉਹ ਅਲੋਪ ਹੋ ਗਈ।
ਉਹ ਲੋਹੜੀਆਂ ਦੀਆਂ ਲੱਕੜਾਂ ਦੀ ਮੰਗ ਬੂਹੇ ਬੂਹੇ, ਹੈ ਨਾ, ਵੀ ਲੋਹੜੀਆਂ ਦੀ ਲੱਕੜਾਂ ਬੱਚੇ ਮੰਗਦੇ ਸਨ। ਉਹ ਕੁੜੀਆਂ ਦਾ ਜੁੜਨਾ, ਅੱਗ ਦੇ ਚੁਫੇਰੇ ਤੇ ਗਿੱਧਾ ਪਾ ਪਾ ਗਾਉਣਾ। ਲੋਹੜੀ ਦਾ ਤਿਉਹਾਰ ਵੀ ਕਿਤੇ ਗਾਇਬ ਹੋ ਗਿਆ, ਕੁੜੀਆਂ ਗਾਉਂਦੀਆਂ ਸਨ, ਗਿੱਧੇ ਪਾਉਂਦੀਆਂ ਸਨ। ਵਹਿਮ ਜੇ ਉੱਡੇ ਤਾਂ ਉੱਡ ਸਦਕੇ, ਹੈ ਨਾ, ਉੱਡੇ ਸਦਕੇ। ਵਹਿਮ ਜੇ ਉੱਡੇ ਤਾਂ ਉੱਡੇ ਸਦਕੇ, ਵਹਿਮਾਂ ਦਾ ਉੱਡਣਾ ਜ਼ਰੂਰ ਸੀ, ਪਰ ਸਾਡੀਆਂ ਸਾਰੀਆਂ ਖੁਸ਼ੀਆਂ ਨਾਲੇ ਗਈਆਂ। ਜਿੰਦ ਕਿੱਥੇ ਟੁਰ ਗਈ, ਨਾਲੇ ਰੂਹ ਕਿੱਥੇ ਟੁਰ ਗਈ। ਵੀ ਪੁਰਾਣੀ ਸੱਭਿਅਤਾ ਦੇ ਵਿੱਚ ਉਸੇ ਮੰਨਿਆ ਵੀ ਜੋ ਵਹਿਮ ਸੀ, ਮਾੜੀਆਂ ਗੱਲਾਂ ਸਨ, ਉਹਨਾਂ ਨੂੰ ਉੱਡਣਾ ਚਾਹੀਦਾ ਸੀ, ਉੱਡਣਾ ਜ਼ਰੂਰੀ ਵੀ ਸੀ, ਪਰ ਉਸ ਦੇ ਨਾਲ ਨਾਲ ਸਾਡੀਆਂ ਖੁਸ਼ੀਆਂ ਵੀ ਉੱਡ ਗਈਆਂ ਨਵੀਂ ਸੱਭਿਅਤਾ ਦੇ ਆਉਣ ਨਾਲ। ਜਿੰਦ ਕਿੱਥੇ ਟੁਰ ਗਈ, ਨਾਲੇ ਰੂਹ ਕਿੱਥੇ ਟੁਰ ਗਿਆ। ਵੀ ਠੀਕ ਹੈ, ਜਿੰਦ ਤੇ ਸਕੂਨ ਸਾਡਾ ਸੀ, ਰੂਹ ਸੀ ਸਾਡੀ, ਉਹ ਵੀ ਇੰਝ ਲੱਗਦਾ ਵੀ ਕਿਤੇ ਤੁਰ ਗਈ ਹੈ। ਔਖਾ ਹੈ ਜਿੰਦਾਂ ਫਸਣੀਆਂ ਨੂੰ ਕੱਢਣਾ, ਕੰਡੇ ਨਾਲੋਂ ਫੁੱਲ ਨੂੰ ਤੋੜਨਾ, ਫੁੱਲ ਨੂੰ ਮਾਰਨਾ। ਵੀ ਹੁਣ ਇਹ ਬਹੁਤ ਔਖਾ ਹੋ ਗਿਆ, ਠੀਕ ਹੈ ਨਾ, ਵੀ ਅਜਿਹੀ ਜ਼ਿੰਦਗੀ ਦੇ ਵਿੱਚੋਂ ਫਸੇ ਹੋਏ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਕੱਢਣਾ। ਅਸਲ ਵਿੱਚ ਜਿੱਥੇ ਫੁੱਲ ਹੁੰਦਾ ਹੈ ਉੱਥੇ ਕੰਡੇ ਵੀ ਹੁੰਦੇ ਹਨ। ਕੰਡੇ ਨਾਲੋਂ ਫੁੱਲ ਨੂੰ ਤੋੜਨ ਦਾ ਮਤਲਬ ਹੈ ਉਸ ਦਾ ਨਾਸ਼ ਕਰਨਾ। ਇਸੇ ਤਰ੍ਹਾਂ ਸੋਹਣੇ ਜੋ ਪੰਜਾਬ ਸੀ ਉਸ ਦਾ ਵੀ ਨਾਸ਼ ਹੋ ਗਿਆ ਹੈ, ਠੀਕ ਹੈ ਨਾ, ਪੁਰਾਣੀ ਸੱਭਿਅਤਾ ਦਾ ਨਾਸ਼ ਹੋ ਚੁੱਕਾ ਹੈ। ਫਿਰ ਉਸ ਤੋਂ ਬਾਅਦ ਦੱਸ ਨਾ ਇਹ ਕੀ ਹੋਇਆ, ਕਿਸ ਲਈ ਸਭ ਕੁਝ ਖੋਇਆ, ਦਵਾਈ ਖਾ ਮਰੀਜ਼ ਹੀ ਮੋਇਆ, ਸਾਡੇ ਹੱਥ ਕੀ ਆਇਆ, ਦਿਲ ਸਾਡੇ ਸੱਖਣੇ, ਲਾਟ ਬੁਝ ਗਈ ਹੈ। ਉਹ ਕਹਿੰਦੇ ਨੇ ਵੀ ਹੋ ਕੀ ਗਿਆ, ਇਹ ਸਭ ਕੁਝ ਬਦਲ ਗਿਆ। ਵੀ ਇਹ ਤਾਂ ਇੰਝ ਲੱਗ ਰਿਹਾ ਵੀ ਜਿਸ ਤਰ੍ਹਾਂ ਦਵਾਈ ਖਾ ਕੇ ਮਰੀਜ਼ ਹੀ ਮਰ ਗਿਆ ਹੋਵੇ, ਠੀਕ ਹੈ ਨਾ। ਸਾਨੂੰ ਪੰਜਾਬ ਦੇ ਸੁਧਾਰ ਦਾ ਯਤਨ ਕਰਕੇ ਕੁਝ ਨਹੀਂ ਲੱਭਾ, ਫਲਸਰੂਪ ਸਾਡੇ ਦਿਲ ਸੱਖਣੇ ਹੋ ਗਏ ਹਨ, ਖਾਲੀ ਹੋ ਗਏ ਹਨ, ਉਹਨਾਂ ਵਿੱਚੋਂ ਖੁਸ਼ੀਆਂ ਰੰਗੀਨੀਆਂ ਦੀ ਲਾਟ ਬੁਝ ਗਈ ਹੈ। ਬਹੁਤ ਸੁੰਦਰ ਲਿਖਿਆ ਬੱਚੋ। ਵੀ ਪੁਰਾਣੀ ਸੱਭਿਅਤਾ ਦੇ ਖਾਤਮੇ ਨਾਲ ਮਨੁੱਖ ਦੀਆਂ ਖੁਸ਼ੀਆਂ ਵੀ ਖਤਮ ਹੋ ਗਈਆਂ ਨੇ। ਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਨਾਂ ਦੀ ਕਵਿਤਾ ਦੇ ਕਵੀ ਦਾ ਨਾਂ ਦੱਸੋ। ਪ੍ਰੋਫੈਸਰ ਪੂਰਨ ਸਿੰਘ। ਤੁਹਾਡੀ ਪਾਠ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਨਾਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਭਾਈਚਾਰੇ ਬਾਰੇ ਕਿਸ ਤੋਂ ਪੁੱਛਦਾ ਹੈ? ਅੱਜ ਕੱਲ੍ਹ ਦੇ ਪੜ੍ਹੇ ਲਿਖੇ ਨੌਜਵਾਨ ਤੋਂ। ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚ ਸੱਸਾਂ ਦੇ ਦਿਲ ਕਿਹੋ ਜਿਹੇ ਸਨ? ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚੋਂ ਸਦੀਆਂ ਪੁਰਾਣੀ ਕਿਹੜੀ ਚੀਜ਼ ਕਿਧਰੇ ਉੱਡ ਗਈ ਹੈ? ਸਮੁੰਦਰਾਂ ਵਰਗੇ ਦਿਲ ਸਨ। ਤੇ ਕਿਹੜੀ ਚੀਜ਼ ਕਿਧਰੇ ਉੱਡ ਗਈ ਹੈ? ਰਿਸ਼ਤੇ ਨਾਤੇ, ਠੀਕ ਹੈ, ਤੇ ਜੋ ਚੱਲ ਰਹੇ ਸਨ ਮੇਲ ਮਿਲਾਪ, ਉਹ ਵੀ ਕਿਧਰੇ ਉੱਡ ਪੁੱਡ ਗਏ ਹਨ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਅਨੁਸਾਰ ਪੁਰਾਣੇ ਸਮਿਆਂ 'ਚ ਲੋਕ ਸੱਚਾ ਅਤੇ ਸੁਥਰਾ ਵਪਾਰ ਕਰਦੇ ਸਨ। ਠੀਕ ਹੈ, ਬਿਲਕੁਲ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ 'ਚ ਕਵੀ ਨੂੰ ਮਨੁੱਖਾਂ ਦੀ ਪੂਜਾ ਦੀ ਥਾਂ ਠੀਕਰੀਆਂ ਦੀ ਪੂਜਾ ਕਰਨ ਦਾ ਦੁੱਖ ਹੈ। ਦੱਸੋ ਹਾਂ ਕਿ ਨਾ। ਬਿਲਕੁਲ ਸਹੀ। ਉਹ ਹੁਣ ਪੁਰਾਣੇ ਵਿਆਹ ਦੇ ਡੈਸ਼ ਨਹੀਂ, ਰੰਗ ਨਹੀਂ, ਡੈਸ਼ ਨਹੀਂ, ਢੰਗ ਨਹੀਂ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਦੇ ਆਧਾਰ 'ਤੇ ਇਹ ਖਾਲੀ ਥਾਵਾਂ ਆਪਾਂ ਭਰ ਦਿੱਤੀਆਂ ਨੇ। ਫਿਰ ਅੱਗੇ ਆ ਗਿਆ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਭਰਪੂਰ ਚਿਤਰਣ ਹੋਇਆ ਹੈ। ਕਾਹਦਾ ਹੋਇਆ ਹੈ? ਪੰਜਾਬੀ ਸੱਭਿਆਚਾਰ ਦਾ, ਭਾਰਤੀ ਦਾ, ਦੇਸੀ ਦਾ, ਵਿਦੇਸ਼ੀ ਦਾ। ਕਾਹਦਾ ਹੋਇਆ ਹੈ ਬੱਚੋ? ਪੰਜਾਬੀ ਸੱਭਿਆਚਾਰ ਦਾ। ਤੇ ਕੇਂਦਰੀ ਭਾਵ ਕੀ ਹੈ ਬੱਚੋ ਇਸ ਦਾ? ਜੋ ਕੇਂਦਰੀ ਭਾਵ ਆਪਾਂ ਵਿਆਖਿਆ ਕੀਤੀ ਹੈ ਨਾ ਬੱਚੋ, ਉਹ ਤੁਸੀਂ ਸੁਣ ਲਿਓ, ਉਹੀ ਆ, ਪਰ ਉਸ ਦੇ ਨਾਲ ਮੈਂ ਤੁਹਾਨੂੰ ਹੋਰ ਵੀ ਦੱਸਦੀ ਹਾਂ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਰਚਨਾ ਹੈ। ਇਹ ਇੱਕ ਰੋਮਾਂਟਿਕ ਕਵਿਤਾ ਹੈ ਜਿਸ ਵਿੱਚ ਕਵੀ ਨੇ ਪੁਰਾਣੇ ਪੰਜਾਬੀ ਸੱਭਿਆਚਾਰ ਲਈ ਆਪਣੇ ਮੋਹ ਤੇ ਉਦਰੇਵੇਂ ਨੂੰ ਬਿਆਨ ਕੀਤਾ ਹੈ। ਇਸ ਦਾ ਕੇਂਦਰੀ ਭਾਵ ਹੈ ਕਿ ਵਰਤਮਾਨ ਪੰਜਾਬੀ ਜੀਵਨ ਵਿੱਚੋਂ ਪੁਰਾਤਨ ਪੰਜਾਬੀ ਜੀਵਨ ਵਾਲਾ ਰਸ, ਖੁੱਲ੍ਹਾਂ, ਖੁਸ਼ੀਆਂ, ਮਿੱਠਤ, ਸਰਲਤਾ, ਸਾਦਗੀ ਤੇ ਰੰਗੀਨੀਆਂ ਉੱਡ ਗਈਆਂ ਹਨ ਤੇ ਇਸ ਦੀ ਥਾਂ ਬੇਵਸੀ ਜੋ ਹੈ, ਬੇਸੁਆਦੀ ਹੈ, ਜਿਹੜਾ ਫਿੱਕਾਪਣ ਹੈ, ਠੀਕ ਹੈ, ਪੈਸੇ ਦੀ ਹੋੜ ਹੈ, ਸਾਰਾ ਕੁਛ ਇਹੀ ਆ ਗਿਆ। ਭਾਵੇਂ ਹੁਣ ਵਹਿਮ ਮੁੱਕ ਗਏ, ਪਰ ਵਹਿਮਾਂ ਦੇ ਮੁੱਕਣ ਨਾਲ ਹੋਰ ਬਹੁਤ ਕੁਝ ਮੁੱਕ ਗਿਆ ਹੈ। ਅਸੀਂ ਕੁਝ ਨਹੀਂ ਖੱਟਿਆ, ਸਾਰੀਆਂ ਖੁਸ਼ੀਆਂ ਵੀ ਗਵਾ ਲਈਆਂ ਨੇ। ਵਹਿਮ ਭਾਵੇਂ ਸਾਰੇ ਮੁੱਕ ਜਾਣ ਪਰ ਵਧੀਆ ਚੀਜ਼ਾਂ ਨਾ ਮੁੱਕਣ, ਠੀਕ ਹੈ ਨਾ। ਉਹ ਦੱਸਦੇ ਨੇ ਵੀ ਰਿਸ਼ਤੇ ਨਾਤੇ ਕਿੰਨੇ ਵਧੀਆ ਹੁੰਦੇ ਸਨ, ਲੋਕ ਭੱਜ ਕੇ ਮਿਲਦੇ ਸਨ, ਪਰ ਜਿਹੜੀਆਂ ਨੂੰਹਾਂ ਹੁੰਦੀਆਂ ਸਨ, ਪ੍ਰਾਹੁਣੇ ਸਨ, ਉਹਨਾਂ ਦੀ ਆਓ ਭਗਤ ਹੁੰਦੀ ਸੀ, ਵਿਆਹ ਕਿੰਨੇ ਕਿੰਨੇ ਦਿਨ ਚੱਲਦੇ ਸਨ। ਜੋ ਧੋਖਾਧੜੀ ਨਾਲ ਕਮਾਇਆ ਹੋਇਆ ਪੈਸਾ ਸੀ, ਕਾਲ ਸੀ, ਉਹਨੂੰ ਮੰਦਾ ਸਮਝਿਆ ਜਾਂਦਾ ਸੀ, ਠੀਕ ਹੈ ਨਾ। ਫਿਰ ਇਹ ਸਾਰਾ ਕੁਝ ਬੋੜ, ਦਰੱਖਤ,
ਭਾਈਚਾਰਾ ਸਾਰਾ ਕੁਝ ਕਿਧਰੇ ਉੱਡ ਪੁੱਟ ਗਿਆ। ਆਪਾਂ ਕਹਿੰਦੇ ਸੀ ਵਹਿਮ ਉੱਡਣੇ ਚਾਹੀਦੇ ਨੇ, ਇਕੱਲੇ ਵਹਿਮ ਨਹੀਂ ਸਗੋਂ ਇਹ ਵੀ ਸਭ ਕੁਝ ਉੱਡਿਆ ਬੱਚੋ, ਠੀਕ ਹੈ। ਇਹ ਨਹੀਂ ਉੱਡਣਾ ਚਾਹੀਦਾ। ਹੁਣ ਆਪਾਂ ਸੰਭਾਲ ਸਕਦੇ ਹਾਂ, ਜੋ ਹੋਣਾ ਸੀ ਹੋ ਗਿਆ, ਪਰ ਹੁਣ ਆਪਾਂ ਜਾਗਰੂਕ ਹੋ ਜਾਈਏ, ਠੀਕ ਹੈ ਨਾ। ਮੈਨੂੰ ਉਮੀਦ ਆ ਤੁਸੀਂ ਜਾਗਰੂਕ ਹੋਵੋਗੇ, ਆਪਣੇ ਜਿਹੜੇ ਕੌਮ ਹੈ, ਸੱਭਿਆਚਾਰ ਉਸ ਨੂੰ ਜਿਉਂਦੀ ਰੱਖੋਗੇ, ਠੀਕ ਹੈ ਨਾ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।